नमस्कार, खबरां दे इस बुलेटिन च तुहाडा स्वागत है। मैं हां कुसुम सोनिया। सब तो पहलां चोणवीआं खबरां। प्रधानमंत्री नरेंद्र मोदी भलके 24 अगस्त नूं मुल्लापुर विखे होमी भाभा कैंसर हस्पताल अते खोज केंद्र राष्ट्र नूं समर्पित करनगे। मंत्री समूह वालों पंजाब दीआं सारियां गऊशालावां विच अगले 3 दिनां दौरान टीकाकरण मुकम्मल करन दी हिदायत। नैशनल ग्रीन ट्रिब्यूनल दी निगरान कमेटी ने तरनतारन जिले विच वातावरण नाल संबंधित वख-वख विषयां दा लिया जायजा। ਅਤੇ सेना पत्नी कल्याण संघ आवा ने अपनी 56ਵੀਂ ਵਰ੍ਹੇਗੰਢ मौके जलंधर छौणी विखे करवाए कई समागम। ਹੁਣ खबरां विस्तार नाल। प्रधानमंत्री नरेंद्र मोदी भलके 24 अगस्त नूं साहिबजादा अजीत सिंह नगर जिले के मुल्लापुर विखे होमी भाभा कैंसर हस्पताल ਅਤੇ खोज केंद्र राष्ट्र ਨੂੰ समर्पित करनगे। प्रधानमंत्री की फेरी ਨੂੰ ਦੇਖਦਿਆਂ ਅੱਜ ਕੇਂਦਰ ਵਿੱਚ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਕੇਂਦਰ ਦੇ ਆਲੇ ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਕੇਂਦਰ ਦੇ ਸ਼ੁਰੂ ਹੋਣ ਨਾਲ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਲੋਕਾਂ ਨੂੰ ਕੈਂਸਰ ਦੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ ਅਤੇ ਵਿਸ਼ਵ ਪੱਧਰੀ ਸਹੂਲਤਾਂ ਇਸ ਕੇਂਦਰ ਵਿੱਚ ਹੀ ਮਿਲ ਸਕਣਗੀਆਂ। ਇਹ ਹਸਪਤਾਲ ਟਾਟਾ ਮੈਮੋਰੀਅਲ ਸੈਂਟਰ ਨੇ ਤਕਰੀਬਨ 660 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਹੈ, ਜਿਹੜਾ ਭਾਰਤ ਸਰਕਾਰ ਦੇ ਐਟਮੀ ਊਰਜਾ ਵਿਭਾਗ ਤਹਿਤ ਮਦਦ ਹਾਸਲ ਅਦਾਰਾ ਹੈ। ਇਸ ਕੈਂਸਰ ਹਸਪਤਾਲ ਵਿੱਚ 300 ਬੈੱਡਾਂ ਦੀ ਸਮਰੱਥਾ ਹੋਵੇਗੀ ਅਤੇ ਕੈਂਸਰ ਦੇ ਹਰ ਤਰ੍ਹਾਂ ਦੇ ਇਲਾਜ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇੱਥੇ ਮਰੀਜ਼ਾਂ ਨੂੰ ਸਰਜਰੀ, ਰੇਡੀਓਥੈਰੇਪੀ, ਮੈਡੀਕਲ ਔਨਕੋਲੋਜੀ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਦੀ ਸਹੂਲਤ ਮਿਲੇਗੀ। ਇਹ ਕੇਂਦਰ ਪੂਰੇ ਖੇਤਰ ਵਿੱਚ ਕੈਂਸਰ ਦੇ ਇਲਾਜ ਲਈ ਇੱਕ ਮੁੱਖ ਕੇਂਦਰ ਵਜੋਂ ਕੰਮ ਕਰੇਗਾ, ਜਦਕਿ ਸੰਗਰੂਰ ਸਥਿਤ 100 ਬੈੱਡਾਂ ਦੀ ਸਮਰੱਥਾ ਵਾਲਾ ਹਸਪਤਾਲ ਇਸ ਦੀ ਇੱਕ ਬ੍ਰਾਂਚ ਤਹਿਤ ਲੋਕਾਂ ਨੂੰ ਸਿਹਤ ਸਹੂਲਤਾਂ ਦੇਵੇਗਾ। रक्षा मंत्री राजनाथ सिंह संघाई सहयोग संगठन SCO ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਉਜ਼ਬੇਕਿਸਤਾਨ ਦੇ ਤਾਸ਼ਕੰਦ ਪੁੱਜ ਗਏ ਨੇ। ਆਪਣੀ ਯਾਤਰਾ ਦੌਰਾਨ ਰਾਜਨਾਥ ਸਿੰਘ ਉਜ਼ਬੇਕਿਸਤਾਨ ਦੇ ਰੱਖਿਆ ਮੰਤਰੀ ਲੈਫਟੀਨੈਂਟ ਜਨਰਲ ਬਖੋਦਰ ਕੁਰਬਾਨੋਵ ਨਾਲ ਦੁਵੱਲੀ ਮੀਟਿੰਗ ਕਰਨਗੇ। ਉਹ SCO ਦੇ ਮੈਂਬਰ ਮੁਲਕਾਂ ਦੇ ਰੱਖਿਆ ਮੰਤਰੀਆਂ ਨਾਲ ਵੀ ਮੁਲਾਕਾਤ ਕਰਨਗੇ। ਮੀਟਿੰਗਾਂ ਦੌਰਾਨ ਵੱਖ-ਵੱਖ ਦੁਵੱਲੇ ਅਤੇ ਆਪਸੀ ਹਿੱਤ ਦੇ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਰਾਜਨਾਥ ਸਿੰਘ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਲਾਲ ਬਹਾਦਰ ਸ਼ਾਸਤਰੀ ਦੀ ਯਾਦਗਾਰ ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਹਨਾਂ ਦਾ ਉਜ਼ਬੇਕਿਸਤਾਨ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਵੀ ਹੈ। DRDO ਅਤੇ ਭਾਰਤੀ ਜਲ ਸੈਨਾ ਨੇ ਅੱਜ ਜ਼ਮੀਨ ਤੋਂ ਹਵਾ ਵਿੱਚ ਘੱਟ ਦੂਰੀ ਤੱਕ ਮਾਰ ਕਰਨ ਵਾਲੀ ਵਰਟੀਕਲ ਲਾਂਚ ਮਿਜ਼ਾਈਲ VLS-RSAM ਦਾ ਕਾਮਯਾਬੀ ਨਾਲ ਪ੍ਰੀਖਣ ਕੀਤਾ। ਇਸ ਨੂੰ ਓਡੀਸ਼ਾ ਦੇ ਚਾਂਦੀਪੁਰ ਤੋਂ ਯੂਨੀਫਾਈਡ ਪ੍ਰੀਖਣ ਰੇਂਜ ਤੋਂ ਛੱਡਿਆ ਗਿਆ। ਮਿਜ਼ਾਈਲ ਦਾ ਨਿਰਮਾਣ ਅਤੇ ਵਿਕਾਸ DRDO ਨੇ ਕੀਤਾ ਹੈ। ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਸ ਦਾ ਪ੍ਰੀਖਣ ਭਾਰਤੀ ਜਲ ਸੈਨਾ ਦੇ ਇੱਕ ਜਹਾਜ਼ ਤੋਂ ਮਾਨਵ ਰਹਿਤ ਹਾਈ ਸਪੀਡ ਜਹਾਜ਼ ਟੀਚੇ ਨੂੰ ਫੁੰਡਣ ਲਈ ਕੀਤਾ ਗਿਆ ਤਾਂ ਜੋ ਇਸ ਦੀ ਵਰਟੀਕਲ ਸਮਰੱਥਾ ਪ੍ਰਦਰਸ਼ਿਤ ਕੀਤੀ ਜਾ ਸਕੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ DRDO, ਭਾਰਤੀ ਜਲ ਸੈਨਾ ਅਤੇ ਸੰਬੰਧਿਤ ਟੀਮਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਨਾਲ ਭਾਰਤੀ ਜਲ ਸੈਨਾ ਦੀ ਮਾਰਕ ਸਮਰੱਥਾ ਹੋਰ ਵਧੇਗੀ। ਸੜਕ ਟਰਾਂਸਪੋਰਟ ਅਤੇ ਸ਼ਾਹਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਅੱਜ ਭਾਰਤ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈਟਵਰਕ ਮੌਜੂਦ ਹੈ ਅਤੇ ਸਾਲ 2024 ਦੇ ਅਖੀਰ ਤੱਕ ਇਸ ਦਾ ਵਿਸਥਾਰ ਕਰਕੇ ਇਸ ਨੂੰ 2 ਲੱਖ ਕਿਲੋਮੀਟਰ ਲੰਬਾ ਬਣਾਇਆ ਜਾਵੇਗਾ। ਨਵੀਂ ਦਿੱਲੀ ਵਿੱਚ ਸੜਕ ਅਤੇ ਸ਼ਾਹਮਾਰਗ ਬਾਰੇ ਤੀਜੀ ਸਿਖਰ ਕਾਨਫਰੰਸ ਦੇ ਉਦਘਾਟਨ ਮੌਕੇ ਉਹਨਾਂ ਇਹ ਗੱਲ ਆਖੀ। ਨਿਤਿਨ ਗਡਕਰੀ ਨੇ ਕਿਹਾ ਕਿ ਇਸ ਵੇਲੇ 90% ਮੁਸਾਫਰਾਂ ਦੀ ਆਵਾਜਾਈ ਅਤੇ 80% ਸਮਾਨ ਦੀ ਢੋਆ ਢੁਆਈ ਸੜਕਾਂ ਰਾਹੀਂ ਹੁੰਦੀ ਹੈ। ਉਹਨਾਂ ਸਰਕਾਰ ਦੇ ਮਹੱਤਵਪੂਰਨ ਭਾਰਤ ਮਾਲਾ ਪ੍ਰੋਜੈਕਟ ਦੇ ਮੁੱਖ ਪ੍ਰੋਗਰਾਮ ਅਤੇ ਸੜਕ ਦੇ ਬੁਨਿਆਦੀ ਢਾਂਚੇ ਲਈ ਬਜਟ ਵਿੱਚ ਵਾਧੇ ਦਾ ਵੀ ਜ਼ਿਕਰ ਕੀਤਾ। ਸਮਾਨ ਪਹੁੰਚਾਉਣ ਲਈ ਲਾਗਤ 16 ਤੋਂ ਘਟਾ ਕੇ 10% ਕਰਨ ਦੀ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਇਸ ਲਈ ਸਾਨੂੰ ਪਾਣੀ, ਰੇਲਵੇ, ਸੜਕ ਅਤੇ ਹਵਾਈ ਰਸਤੇ ਦੇ ਸਾਂਝੇ ਨਜ਼ਰੀਏ ਦੀ ਜ਼ਰੂਰਤ ਹੈ। ਉਹਨਾਂ ਪੈਟਰੋਲ ਡੀਜ਼ਲ ਦੀ ਵਰਤੋਂ ਘਟਾਉਣ ਲਈ ਬਦਲਵੇਂ ਰੂਪ ਵਿੱਚ LNG ਅਤੇ ਇਥਨॉल, ਮਿਥਨॉल, ਹਾਈਡਰੋਜਨ ਦੀ ਵਰਤੋਂ ਤੇ ਜ਼ੋਰ ਦਿੱਤਾ। ਨਿਤਿਨ ਗਡਕਰੀ ਨੇ ਕਿਹਾ ਕਿ ਸਾਡੇ ਅੰਨਦਾਤਾ ਕਿਸਾਨ ਪਰਾਲੀ ਤੋਂ ਇਥਨॉल ਦਾ ਉਤਪਾਦਨ ਕਰਕੇ ਊਰਜਾ ਦਾਤਾ ਬਣ ਸਕਦੇ ਨੇ। ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਦੇਸ਼ ਵਿੱਚ ਹਵਾਈ ਅੱਡਿਆਂ ਅਤੇ ਜਹਾਜ਼ਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।
ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਅੱਜ ਨਵੀਂ ਦਿੱਲੀ ਵਿੱਚ ਹੋਈ ਗੋਲਮੇਜ਼ ਚਰਚਾ ਦੌਰਾਨ ਉਹਨਾਂ ਕਿਹਾ ਕਿ ਹਵਾਈ ਮੁਸਾਫਰਾਂ ਦੀ ਗਿਣਤੀ ਰੋਜ਼ਾਨਾ ਤਕਰੀਬਨ 4 ਲੱਖ ਹੋ ਗਈ ਹੈ, ਜਿਹੜੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਬਰਾਬਰ ਹੈ। ज्योतिरादित्य सिंधिया ने कहा कि आकाशा एयरलाइनस की शुरुआत और जैट एयरवेज विच सुधार मगरों हवाई खेत्र में इस माली वरे दौरान बेमिसाल विकास हो रहा है। केंद्रीय वित्त राज मंत्री डॉक्टर भागवत कराड़ ने कहा है कि किसी भी बैंक का निजीकरण नहीं किया जाएगा। शिमला विच अज एक प्रैस कॉन्फ्रेंस दौरान उन्होंने कहा कि इसलिए अजिहा कोई एजेंडा नहीं है। भागवत कराड़ ने कहा कि सरकार ने जन समर्थ ऐप शुरू की है, जिस राही लोग ऑनलाइन कर्ज हासिल कर सकते हैं। उन्होंने कहा कि इसलिए बैंक लोगों नाल संपर्क करनगे ते लोगों नूं इसलिए बैंकों के चक्कर नहीं लगाने पैणगे। लंपी स्किन बीमारी ते नज़र रखने लई पंजाब सरकार वालों बनाए मंत्री समूह ने सूबे दीआं सारियां गऊशालावां विच अगले 3 दिनां दौरान टीकाकरण मुकम्मल करन दी हदायत कीती है। चंडीगढ़ विच अज एक मीटिंग दौरान राहत कारजां दा जायजा लैंदिआं वित्त मंत्री हरपाल सिंह चीमा, खेतीबाड़ी मंत्री कुलदीप सिंह धालीवाल ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬਿਮਾਰੀ ਦੀ ਰੋਕਥਾਮ ਸੰਬੰਧੀ ਕਾਰਜ ਨੂੰ ਮਿਸ਼ਨ ਵਜੋਂ ਲਿਆ ਜਾਵੇ ਅਤੇ ਰੋਜ਼ਾਨਾ 50,000 ਟੀਕਾਕਰਨ ਦਾ ਟੀਚਾ ਯਕੀਨੀ ਬਣਾਇਆ ਜਾਵੇ। उन्होंने स्पष्ट किया कि बीमारी की रोकथाम लिए चल रहे कारजां विच कोई ढिल बर्दाश्त नहीं की जाएगी और माड़ी कारगुजारी वाले मुलाजमां की जवाब तलबी की जाएगी। पंजाब और हरियाणा हाई कोर्ट ने पंजाब सरकार नूं सारे VIPs की सुरक्षा मुड़ बहाल करने के हुक्म जारी किए हैं। हाई कोर्ट ने कहा है कि सुरक्षा वापसी लिए सूबा सरकार केंद्री और सूबे दीआं सुरक्षा एजेंसियां नाल समीक्षा करन मगरों ही कोई फैसला लवे। सुरक्षा संबंधी मामले नाल जुड़ियां 45 पटीशनां हाई कोर्ट विच दाखिल कीतियां गईयां सन, जिन्हां दी सुनवाई करदिआं हाई कोर्ट ने यह फैसला सुनाया है। अदालत ने कहा कि सुरक्षा वधाउण जां घटाउण संबंधी जानकारी नूं जनतक भी ना कीता जावे। जिक्रयोग है कि बीते मई महीने विच सूबा सरकार ने 400 तो वध VVIP शख्सियतां दी सुरक्षा वापस लै लई सी जां घटा दित्ती सी। पंजाब विजिलेंस ब्यूरो वालों गिरफ्तार कांग्रेस नेता और साबका मंत्री भारत भूषण आशू नूं अज लुधियाना की अदालत विच पेश किया गया। अदालत ने आशू नूं 27 अगस्त तक पुलिस रिमांड ते भेज दिता है। उन्हां नाल मामले विच गिरफ्तार तेलू राम नां दे एक व्यक्ति नूं भी अदालत विच पेश किया गया और अदालत ने उसका 25 अगस्त तक पुलिस रिमांड दिता है। इन्हां दोहां नूं अनाज लिफ्टिंग घोटाले के संबंध विच गिरफ्तार किया गया है। नैशनल ग्रीन ट्रिब्यूनल की निगरान कमेटी के चेयरमैन जस्टिस सेवामुक्त जसबीर सिंह की अगवाई हेठ अज एक टीम ने तरनतारन जिले में सफाई के पद्धर, कूड़ा प्रबंधन, सीवरेज सिस्टम की हालत, पिंडां दे छप्पड़ां की सफाई और वातावरण नाल संबंधित होर विषयां का जायजा लिया। टीम मैंबरां ने डिप्टी कमिश्नर और होर सारे संबंधित महकमिਆਂ ਦੇ ਮੁਖੀਆਂ नाल मीटिंग की। मीटिंग दौरान जस्टिस जसबीर सिंह ने कहा कि निर्माण कार्यां लई जमीन हेठले पानी की वरतों ना करन दित्ती जावे और निश्चित कीमत ते सौदे हुए पानी की सप्लाई उन्होंने दित्ती जावे। उन्होंने कहा कि इस तरह शहरों दीआं सड़कों ते झाड़ू लगाउण तो पहलां इसे पानी का छिड़काव किया जावे तां जो कूड़ा हवा विच ना उडे। जस्टिस जसबीर सिंह ने नगर कौंसलों के अधिकारियों नूं डंप वालियां थावां ते CCTV कैमरे लगाउण अते चार दीवारी करन दी हदायत दिंदिआं कहा कि ग्रीन बैल्ट विच बूटे भी लगाए जाण। पाकिस्तानी जेलों में कैद कट्टण उपरंत रिहा किए गए 2 भारतीय कैदी अटारी वाघा सरहद राही स्वदेश परते। पाकिस्तान की कोट लखपत जेल विच कुलदीप कुमार ने 28 साल और शंभूनाथ ने 13 साल की कैद कट्टण तो बाद वतन वापसी की है। भारत पुजण ते दोवां जणियां ने खुशी का इजहार किया। ये दोवें गलती नाल सरहद पार कर गए सन और उन्होंने पाकिस्तानी जेलों में लंबी सज़ा भुगतनी पई। उन्होंने दस्सिया कि पाकिस्तान दीआं जेलों विच अजिहे होर भी कई भारतीय कैदी ने जिहड़े सज़ा पूरी कर चुके हैं पर उन्होंने रिहा नहीं किया जा रहा। हम सेंट्रल जेल कोट लखपत लाहौर में थे और वहाँ पर दूसरे भी भारतीय नागरिक बंद हैं, तो उसमें कुछ एबनॉर्मल हैं और कुछ सही हैं। सज़ा कई कोई पूरी हो चुकी है, लेकिन हालत जो है ना वो पीछे से मेंटल कोई आया हुआ है 2-3 लड़के, लेकिन वो उनको पता नहीं हमारा एड्रेस कहाँ का है, वो बताते कुछ नहीं है। इधर 8 हैं टोटल जिनकी सज़ा पूरी हो चुकी है। वो अपने घर वालों को बेचारे सोचते हैं हमें
वैसे छः हैं इनके, 6 अटर्नी आदमी हैं। उनके नाम है बलविंदर सिंह, रजिंदर सिंह, बबलू कुमार, फिर उसके बाद महेंद्र सिंह वगैरह, ऐसे जो लड़के हैं जिनकी सज़ा पूरी हो चुकी है। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਸੀਮਾ ਸੁਰੱਖਿਆ ਬਲ ਨੇ ਖਤਰਨਾਕ ਹਥਿਆਰਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਇਨ੍ਹਾਂ ਹਥਿਆਰਾਂ ਵਿੱਚ 3 AK ਸੀਰੀਜ਼ ਦੀਆਂ ਰਾਈਫਲਾਂ, 6 ਮੈਗਜ਼ੀਨ, 4 ਮੈਗਜ਼ੀਨਾਂ ਵਾਲੀਆਂ 2 M, 3 ਸਬ ਮਸ਼ੀਨ ਗਨ, 2 ਪਿਸਤੌਲਾਂ ਅਤੇ 2 ਮੈਗਜ਼ੀਨ ਸ਼ਾਮਲ ਨੇ। ਦੱਸਿਆ ਜਾਂਦਾ ਹੈ ਕਿ ਕੌਮਾਂਤਰੀ ਸਰਹੱਦ ਤੇ ਬਲ ਦੇ ਜਵਾਨਾਂ ਵੱਲੋਂ ਕੀਤੀ ਗਈ ਸਰਚ ਦੌਰਾਨ ਇਹ ਅਸਲਾ ਬਰਾਮਦ ਹੋਇਆ। ਸਥਾਨਕ ਪੁਲਿਸ ਅਧਿਕਾਰੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜੇ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਨਸ਼ੀਲੀਆਂ ਵਸਤਾਂ ਫੜਨ ਲਈ ਵਿੱਢੀ ਗਈ ਮੁਹਿੰਮ ਮਗਰੋਂ ਹੁਣ ਨਸ਼ਾ ਤਸਕਰ ਪਿਆਜ਼ ਨਾਲ ਭਰੇ ਟਰੱਕਾਂ ਵਿੱਚ ਛੁਪਾ ਕੇ ਨਸ਼ਿਆਂ ਦੀ ਤਸਕਰੀ ਕਰ ਰਹੇ ਨੇ। ਚੰਡੀਗੜ੍ਹ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਅਬੋਹਰ ਅਤੇ ਫਿਰੋਜ਼ਪੁਰ ਖੇਤਰ ਤੋਂ ਨਸ਼ਿਆਂ ਦੀ ਸਪਲਾਈ ਵਧ ਰਹੀ ਹੈ ਅਤੇ ਤਸਕਰ ਚੈਕਿੰਗ ਤੋਂ ਬਚਣ ਲਈ ਜਨਤਕ ਆਵਾਜਾਈ ਰਾਹੀਂ ਨਸ਼ੀਲੀਆਂ ਵਸਤਾਂ ਦੀ ਤਸਕਰੀ ਨੂੰ ਤਰਜੀਹ ਦੇ ਰਹੇ ਨੇ। ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਨਸ਼ੇ ਦੀ ਬੁਰਾਈ ਤੇ ਕਾਬੂ ਪਾਉਣ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਵਰਖਾ ਮਗਰੋਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਇਸ ਨਾਲ ਕਪੂਰਥਲਾ ਜ਼ਿਲ੍ਹੇ ਵਿੱਚ ਬਿਆਸ ਦਰਿਆ ਨਾਲ ਲੱਗਦੇ ਕਪੂਰਥਲਾ ਜ਼ਿਲ੍ਹੇ ਦੇ 27 ਪਿੰਡਾਂ ਦੀ ਜ਼ਮੀਨ ਵਿੱਚ ਖੜੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਪਿੰਡਾਂ ਦੇ ਲੋਕਾਂ ਮੁਤਾਬਿਕ ਤੁਸੀਂ ਬੰਨ ਦੇ ਅੰਦਰ ਵਾਲੀਆਂ ਜ਼ਮੀਨਾਂ ਵਿੱਚ ਖੜੀਆਂ ਸਾਰੀਆਂ ਫਸਲਾਂ ਖਤਮ ਹੋ ਗਈਆਂ ਨੇ। ਕਿਸਾਨ ਇਸ ਲਈ ਸਰਕਾਰ ਤੋਂ ਸਪੈਸ਼ਲ ਗਿਰਦਾਵਰੀ ਕਰਵਾ ਕੇ ਢੁਕਵੇਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਸੁਲਤਾਨਪੁਰ ਲੋਧੀ ਇਲਾਕੇ ਦੇ ਪਸਣ ਕਦੀਮ ਪਿੰਡ ਦੇ ਨਿਸ਼ਾਨ ਸਿੰਘ ਮੁਤਾਬਿਕ ਉਹ ਖੇਤੀਬਾੜੀ ਤੇ ਨਿਰਭਰ ਨੇ ਅਤੇ ਸਰਕਾਰ ਵੱਲੋਂ ਤੁਰੰਤ ਮਦਦ ਦੀ ਜ਼ਰੂਰਤ ਹੈ। ਪਿੰਡ ਪਸਣ ਕਦੀਮ ਮਿੱਡੇਵਾਲਾ ਨਵੀਪੁਰ ਤੇ ਕਾਫੀ 250 ਤੋਂ 300 ਏਕੜ ਦੇ ਕਰੀਬ ਫਸਲ ਆ ਜਿਹੜੀ ਪਾਣੀ ਦੀ ਭੇਟ ਚੜ ਚੁੱਕੀ ਹੈ ਜੀ। ਇਹ ਫਸਲ ਦੇ ਤਕਰੀਬਨ ਅਸੀਂ ਸਾਰੇ ਖਰਚੇ ਕਰ ਚੁੱਕੇ ਹਾਂ ਜੀ। ਫਸਲ ਬਿਲਕੁਲ ਸਾਡੀ ਤਿਆਰ ਸੀਗੀ ਜੀ। ਹੋਰ ਮਹੀਨੇ ਤੱਕ ਇਹ ਫਸਲ ਸਮਝ ਲਓ ਵੱਢਣੀ ਸੀ ਕਿ ਜਿਹੜਾ ਸਾਡੀਆਂ ਆਸਾਂ ਤੇ ਪੂਰ ਪਿਆ ਸੀਗਾ ਸਾਰਾ ਪਾਣੀ ਫਿਰ ਗਿਆ ਜੀ। ਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਹਦੀ ਸਪੈਸ਼ਲ ਗਿਰਦਾਰੀ ਕਰਾ ਕੇ ਸਾਨੂੰ ਇਸ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਜੀ। ਸੁਲਤਾਨਪੁਰ ਲੋਧੀ ਦੇ ਖੇਤੀਬਾੜੀ ਵਿਸਥਾਰ ਅਧਿਕਾਰੀ ਪਰਮਿੰਦਰ ਕੁਮਾਰ ਮੁਤਾਬਿਕ ਬੰਨਾਂ ਅੰਦਰਲੀਆਂ ਜ਼ਮੀਨਾਂ ਵਿੱਚ ਖੜੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਲੋਕਾਂ ਨੇ ਆਪਣੇ ਪੱਧਰ ਤੇ ਜਿਹੜੇ ਐਡਵਾਂਸ ਬੰਨ ਲਾਏ ਸਨ ਉਹ ਤਕਰੀਬਨ ਸਾਰੇ ਟੁੱਟ ਗਏ ਨੇ। ਉਹਨਾਂ ਮੁਤਾਬਿਕ ਪਾਣੀ ਭਾਵੇਂ ਤੁਸੀਂ ਬੰਨ ਨਾਲ ਲੱਗ ਚੁੱਕਾ ਹੈ ਪਰ ਬੰਨ ਨੂੰ ਕੋਈ ਖਤਰਾ ਨਹੀਂ ਹੈ। ਸਾਡੇ ਦੇਖਣ ਵਿੱਚ ਆਇਆ ਵੀ ਐਡਵਾਂਸ ਬੰਨ ਤੋਂ ਅੱਗੇ ਕਿਸਾਨਾਂ ਨੇ ਆਪਣੇ ਕੋਲੋਂ ਜਿਹੜੇ ਫਸਲਾਂ ਨੂੰ ਬਚਾਉਣ ਵਾਸਤੇ ਬੰਨ ਲਗਾਏ ਸੀ ਉਹ ਤਕਰੀਬਨ 2 ਬੰਨ ਜਿਹੜੇ ਟੁੱਟੇ ਨੇ, ਜਿਹਦਾ ਕਰਕੇ ਤਕਰੀਬਨ 300 ਤੋਂ 350 ਏਕੜ ਰਕਬੇ ਦੇ ਵਿੱਚ ਝੋਨੇ ਦੀ ਫਸਲ ਜਿਹੜੀ ਪੂਰੀ ਤਰ੍ਹਾਂ ਡੁੱਬ ਗਈ ਆ। ਸੰਨ 1966 ਤੋਂ ਫੌਜੀਆਂ ਦੇ ਪਰਿਵਾਰਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਗੈਰ ਸਰਕਾਰੀ ਸੰਗਠਨ ਸੈਨਾ ਪਤਨੀ ਕਲਿਆਣ ਸਿੰਘ ਆਵਾ ਦੀ 56ਵੀਂ ਵਰ੍ਹੇਗੰਢ ਮੌਕੇ ਜਲੰਧਰ ਛਾਉਣੀ ਵਿੱਚ ਆਵਾ ਹਫ਼ਤਾ 16 ਤੋਂ 23 ਅਗਸਤ ਤੱਕ ਮਨਾਇਆ ਗਿਆ। ਇਸ ਸਾਲ ਆਵਾ ਹਫ਼ਤੇ ਦਾ ਵਿਸ਼ਾ ਨਾਰੀ ਸਸ਼ਕਤੀਕਰਨ ਨਾਲ ਸੰਬੰਧਿਤ ਰਿਹਾ, ਇਨਸਟਰਾਈਡ ਵਿਦ ਫਿਊਚਰ। ਇਸ ਹਫ਼ਤੇ ਦੌਰਾਨ ਵੱਖ-ਵੱਖ ਮੁੱਦਿਆਂ ਤੇ ਚਰਚਾ, ਖਾਸ ਤੌਰ ਤੇ ਮਹਿਲਾ ਅਧਿਕਾਰ, ਲੇਖ ਤੇ ਕਵਿਤਾ ਲਿਖਣ ਅਤੇ ਕਈ ਹੋਰ ਮੁਕਾਬਲੇ ਕਰਵਾਏ ਗਏ। 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਪੂਰੀ ਮੈਡੀਕਲ ਜਾਂਚ ਲਈ ਫੌਜੀ ਹਸਪਤਾਲਾਂ ਵੱਲੋਂ ਸਿਰਫ ਔਰਤਾਂ ਲਈ 3 ਦਿਨਾਂ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਲੰਧਰ ਛਾਉਣੀ ਦੇ ਵਜਰ ਹਾਲ ਵਿੱਚ ਅੱਜ ਹੋਏ ਸਮਾਪਤੀ ਸਮਾਗਮ ਦੌਰਾਨ ਆਰਮੀ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਸਮਾਜਿਕ ਮੁੱਦੇ ਤੇ ਸਟੇਜ ਪਲੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਵਜਰ ਆਵਾ ਦੀ ਪ੍ਰਧਾਨ ਰਾਣੀ ਸ਼ਰਮਾ ਨੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ। ਉਹਨਾਂ ਆਵਾ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਸ਼ਾਨਦਾਰ ਕੰਮ ਲਈ ਵਧਾਈ ਦਿੱਤੀ ਅਤੇ ਹਰ ਮਹਿਲਾ ਨੂੰ ਆਸ਼ਾ, ਵਿਸ਼ਵਾਸ ਅਤੇ ਆਸਥਾ ਨਾਲ ਆਵਾ ਦੇ ਸਮੁੱਚੇ ਉਦੇਸ਼ ਹਾਸਲ ਕਰਨ ਲਈ ਸਖਤ ਮਿਹਨਤ ਕਰਨ ਵਾਸਤੇ ਆਖਿਆ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਦੇਖ ਸਕਦੇ ਨੇ। ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 24 ਅਗਸਤ ਨੂੰ ਮੁੱਲਾਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਮੰਤਰੀ ਸਮੂਹ ਵੱਲੋਂ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਵਿੱਚ ਅਗਲੇ 3 ਦਿਨਾਂ ਦੌਰਾਨ ਟੀਕਾਕਰਨ ਮੁਕੰਮਲ ਕਰਨ ਦੀ ਹਦਾਇਤ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਵਾਤਾਵਰਣ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਦਾ ਲਿਆ ਜਾਇਜ਼ਾ।
ਅਤੇ ਸੈਨਾ ਪਤਨੀ ਕਲਿਆਣ ਸੰਘਾਵਾ ਨੇ ਆਪਣੀ 56ਵੀਂ ਵਰ੍ਹੇਗੰਢ ਮੌਕੇ ਜਲੰਧਰ ਛਾਉਣੀ ਵਿਖੇ ਕਰਵਾਏ ਕਈ ਸਮਾਗਮ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।